ਧੀਰ ਨਿਹਾਲੂ ਤੁਲਸੀਆ, ਬੂਲਾ ਚੰਡੀਆ ਆਏ। ਸ਼੍ਰੀ ਗੁਰ ਅਰਜਨ ਸ਼ਰਨ ਕੋ, ਜਾਨੀ ਮਨ ਸੁਖਦਾਏ। ਧੀਰ ਨਿਹਾਲੂ ਤੁਲਸੀਆ, ਬੂਲਾ ਚੰਡੀਆ ਆਏ। ਸ਼੍ਰੀ ਗੁਰ ਅਰਜਨ ਸ਼ਰਨ ਕੋ, ਜਾਨੀ ਮਨ ਸੁਖਦਾਏ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਧੰਨ ਸ਼੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਪਾਵਨ ਗੁਰ ਇਤਿਹਾਸ ਦੀ ਕਥਾ ਲਿਖਦਿਆਂ ਜ਼ਿਕਰ ਕਰਦੇ ਨੇ ਕਿ ਇੱਕ ਦਿਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਸਤਿਗੁਰੂ ਜੀ ਦੀ ਸ਼ਰਨ ਨੂੰ ਸੁੱਖ ਦੇਣ ਵਾਲੀ ਜਾਣ ਕਰਕੇ ਕਿ ਗੁਰੂ ਦੀ ਸ਼ਰਨ ਵਿੱਚ ਜਾ ਕੇ ਸੁੱਖ ਮਿਲਦਾ ਹੈ, ਇਹ ਸਮਝ ਕੇ, ਇਹ ਜਾਣ ਕੇ ਭਾਈ ਨਿਹਾਲੂ, ਭਾਈ ਤੁਲਸੀਆ, ਭਾਈ ਬੂਲਾ ਤੇ ਭਾਈ ਚੰਡੀਆ, ਧੀਰ ਗੋਤ ਦੇ ਇਹ ਚਾਰ ਗੁਰਸਿੱਖ ਭਰਾ ਧੰਨ ਸ਼੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਕੋਲ ਆਏ। ਚੌਪਈ ਬੈਠ ਨਿਕਟ ਸਤਿਗੁਰ ਕੇ ਸੋਏ, ਕੀਰਤਨ ਹੋਤ ਸ਼ਰਵਣ ਹੋਏ ਜੋਏ। ਸਤਿਗੁਰੂ ਜੀ ਦੀ ਸ਼ਰਨ ਵਿੱਚ ਆ ਕੇ ਬੈਠ ਗਏ ਨੇ ਨਮਸਕਾਰ ਕਰਕੇ। ਗੁਰਬਾਣੀ ਦਾ ਕੀਰਤਨ ਹੋ ਰਿਹਾ ਸੀ। ਇਹਨਾਂ ਚੌਵਾਂ ਜਣਿਆਂ ਨੇ ਸੰਗਤ ਵਿੱਚ ਬੈਠ ਕੇ ਕੀਰਤਨ ਸਰਵਣ ਕੀਤਾ ਹੈ। ਸ਼੍ਰੀ ਨਾਨਕ ਕੀ ਉਪਮਾ ਮਹਾ, ਸੁਣਤ ਵਿਚਾਰਤ ਬੈਠੇ ਤਹਾਂ। ਹੁਣ ਉਸ ਵੇਲੇ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੀ ਵਡਿਆਈ ਵਿੱਚ ਸ਼ਬਦ ਗਾਏ ਜਾ ਰਹੇ ਨੇ। ਜੈਸਾ ਕਿ ਧੰਨ ਗੁਰੂ ਅਰਜਨ ਸਾਹਿਬ ਜੀ ਦੇ ਬਚਨ ਨੇ, ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਜਾਂ ਗੁਰੂ ਅਰਜਨ ਸਾਹਿਬ ਜੀ ਦੇ ਬਚਨ ਨੇ ਕਿ ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਤੀ ਤਰਿਆ ਰੇ। ਗੁਰ ਨਾਨਕ ਜਿਨ ਸੁਣਿਆ ਵਿਖਿਆ, ਸੇ ਫਿਰ ਗਰਭਾਸ ਨਾ ਭਰਿਆ ਰੇ। ਐਸੇ ਗੁਰੂ ਨਾਨਕ ਸਾਹਿਬ ਜੀ ਦੀ ਵਡਿਆਈ ਵਾਲੇ ਜਦੋਂ ਸ਼ਬਦ ਗਾਏ ਜਾ ਰਹੇ ਸੀ, ਭਾਈ ਨਿਹਾਲੂ, ਤੁਲਸੀਆ, ਬੂਲਾ, ਭਾਈ ਚੰਡੀਆ, ਇਹ ਸਾਰੇ ਉੱਥੇ ਗੁਰਬਾਣੀ ਦੇ ਸ਼ਬਦ ਸਰਵਣ ਕਰ ਰਹੇ ਨੇ ਤੇ ਗੁਰੂ ਨਾਨਕ ਸਾਹਿਬ ਜੀ ਦੀ ਵਡਿਆਈ ਵਿੱਚ ਗਾਏ ਜਾ ਰਹੇ ਸ਼ਬਦ ਸੁਣ ਕੇ ਮਨ ਵਿੱਚ ਵਿਚਾਰ ਕਰ ਰਹੇ ਨੇ ਕਿ ਇਹਨਾਂ ਸ਼ਬਦਾਂ ਦੇ ਅਰਥ ਕੀ ਨੇ। ਸਭ ਕੇ ਉਰ ਸੰਸੈ ਹੋਏ ਆਵਾ, ਨਰਗਣ ਪ੍ਰਥਮ ਝਗਰ ਜਿਮ ਪਾਵਾ। ਹੁਣ ਇਹਨਾਂ ਨੇ ਪਹਿਲਾਂ ਵੀ ਜਦੋਂ ਇਹ ਆਪਣੇ ਇਲਾਕੇ ਵਿੱਚ ਕੁਝ ਗੁਰਸਿੱਖਾਂ ਦੇ ਕੋਲ ਬੈਠਦੇ ਸੀ ਤੇ ਗੁਰੂ ਨਾਨਕ ਸਾਹਿਬ ਜੀ ਦੀ ਵਡਿਆਈ ਦੇ ਬਾਰੇ ਸੁਣਦੇ ਸਨ, ਇਹਨਾਂ ਦੇ ਮਨ ਵਿੱਚ ਇੱਕ ਗੱਲ ਦਾ ਝਗੜਾ, ਇੱਕ ਗੱਲ ਦਾ ਸੰਸਾ ਪਹਿਲਾਂ ਹੀ ਪਿਆ ਹੋਇਆ ਸੀ। ਅਨੇਕ ਲੋਕਾਂ ਦੇ ਕੋਲੋਂ ਸੁਣ ਕੇ ਗੁਰੂ ਨਾਨਕ ਸਾਹਿਬ ਜੀ ਦੇ ਬਾਰੇ ਇਹਨਾਂ ਦੇ ਮਨ ਵਿੱਚ ਇੱਕ ਸ਼ੰਕਾ ਹੈ। ਉਹ ਸ਼ੰਕਾ ਕੀ ਸੀ? ਹਾਥ ਜੋਰ ਸੋ ਬੂਝਣ ਲਾਗੇ, ਸਿੱਖ ਬਣਨ ਮੈਂ ਮਨ ਅਨੁਰਾਗੇ। ਇਹਨਾਂ ਦੇ ਮਨ ਵਿੱਚ ਜਿਹੜਾ ਸ਼ੰਕਾ ਹੈ, ਹੱਥ ਜੋੜ ਕੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਸ਼ਰਨ ਵਿੱਚ ਇਹਨਾਂ ਨੇ ਆਪਣੀ ਮਨ ਦਾ ਸ਼ੰਕਾ ਰੱਖਿਆ, ਕਿਉਂਕਿ ਇਹਨਾਂ ਦੇ ਮਨ ਵਿੱਚ ਵੀ ਗੁਰੂ ਦੇ ਸਿੱਖ ਬਣਨ ਦੀ ਇੱਛਾ ਹੈ, ਸਿੱਖੀ ਦੀ ਦਾਤ ਪ੍ਰਾਪਤ ਕਰਨੀ ਚਾਹੁੰਦੇ ਨੇ, ਪਰ ਮਨ ਵਿੱਚ ਇੱਕ ਸ਼ੰਕਾ ਹੈ ਜਿਹੜਾ ਗੁਰੂ ਅਰਜਨ ਸਾਹਿਬ ਜੀ ਦੇ ਸਨਮੁਖੇ ਆਪਣਾ ਸ਼ੰਕਾ ਰੱਖ ਰਹੇ ਨੇ। ਸ਼ੰਕਾ ਕੀ ਹੈ ਕਿ ਕਹਿਣ ਲੱਗੇ, ਸੁਣੋ ਗੁਰੂ ਜੀ ਲੋਕ ਅਨੇਕ, ਮਿਲ ਕਰ ਝਗਰਤਹੀਨ ਵਿਵੇਕ। ਕਹਿਣ ਲੱਗੇ, ਹੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ, ਆਪ ਜੀ ਸਾਡੀ ਬੇਨਤੀ ਸੁਣੋ। ਬਹੁਤ ਲੋਕ ਇਕੱਠੇ ਹੋ ਕੇ ਝਗੜੇ ਕਰਦੇ, ਬਹਿਸ ਕਰਦੇ ਨੇ ਇੱਕ ਗੱਲ ਤੇ। ਕਿਸ ਗੱਲ ਤੇ ਸ਼ੰਕਾ ਕਰਦੇ ਨੇ ਉਹ ਅੱਗੇ ਜਾ ਕੇ ਦੱਸਣਗੇ। ਸਤਿਗੁਰੂ ਜਦੋਂ ਲੋਕ ਇਸ ਤਰ੍ਹਾਂ ਬਹਿਸ ਕਰਦੇ ਨੇ, ਤਿੰਨ ਮੋਹ ਬੈਠਤ ਭਇਓ ਸੰਦੇਹੂ, ਤੁਮ ਸਰਬੱਗ ਸੋ ਉੱਤਰ ਦੇਹੂ। ਸਤਿਗੁਰੂ ਅਸੀਂ ਵੀ ਉਹਨਾਂ ਦੇ ਕੋਲ ਜਦੋਂ ਬੈਠਦੇ ਹਾਂ, ਉਹਨਾਂ ਦੀ ਵਿਚਾਰ ਸੁਣਦੇ ਹਾਂ, ਉਹਨਾਂ ਦੀ ਬਹਿਸ ਸੁਣਦੇ ਹਾਂ, ਸਾਡੇ ਮਨਾਂ ਵਿੱਚ ਇੱਕ ਸ਼ੰਕਾ ਪੈਦਾ ਹੋ ਗਿਆ
ਤੁਸੀਂ ਸਰਬ ਗਿਆਤਾ ਹੋ, ਤੁਸੀਂ ਸਰਬ ਕਲਾ ਸਮਰੱਥ ਹੋ। ਆਪ ਜੀ ਕਿਰਪਾ ਕਰਕੇ ਸਾਡੇ ਇਸ ਮਨ ਦਾ ਸ਼ੰਕਾ ਜਿਹੜਾ ਹੈ ਉਸ ਸ਼ੰਕੇ ਨੂੰ ਨਿਵਰਤ ਕਰ ਦਿਓ। ਧੰਨ ਗੁਰੂ ਅਰਜਨ ਸਾਹਿਬ ਕਹਿਣ ਲੱਗੇ, ਭਾਈ ਕੀ ਸ਼ੰਕਾ ਹੈ ਤੁਹਾਡੇ ਮਨ ਵਿੱਚ? ਹੁਣੇ ਕਹਿਣ ਲੱਗੇ ਸਤਿਗੁਰੂ, ਕੇਤਕ ਗੁਰ ਨਾਨਕ ਅਵਤਾਰ ਜਨ ਕਾਦਕ ਕੇ ਕਰੇ ਉਚਾਰ। ਹੇ ਗੁਰੂ ਅਰਜਨ ਸਾਹਿਬ ਜੀ, ਸਾਡੇ ਮਨ ਵਿੱਚ ਸ਼ੰਕਾ ਇਹ ਹੈ ਕਿ ਕਈ ਇੱਕ ਲੋਕ ਜਦੋਂ ਸਭਾ ਵਿੱਚ ਸੱਥ ਵਿੱਚ ਬੈਠਦੇ ਨੇ ਤੇ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰ ਚੱਲਦੀ ਹੈ ਤੇ ਲੋਕ ਕਹਿੰਦੇ ਨੇ, ਕਈ ਇੱਕ ਲੋਕ ਇਹ ਕਹਿੰਦੇ ਨੇ ਕਿ ਗੁਰੂ ਨਾਨਕ ਸਾਹਿਬ ਜੀ ਰਾਜੇ ਜਨਕ ਦਾ ਅਵਤਾਰ ਨੇ। ਔਰ ਕੇਤਕ ਕਹੈ ਵਿਸ਼ਨ ਕੋ ਰੂਪ ਧਰ ਕਰ ਕੀਨੇ ਚੜਤ ਅਨੂਪ। ਤੇ ਕਈ ਐਸੇ ਨੇ ਜਿਹੜੇ ਇਹ ਗੱਲ ਕਹਿੰਦੇ ਨੇ ਕਿ ਗੁਰੂ ਨਾਨਕ ਸਾਹਿਬ ਜੀ ਵਿਸ਼ਨੂੰ ਦਾ ਸਰੂਪ ਨੇ ਤੇ ਵਿਸ਼ਨੂੰ ਨੇ ਗੁਰੂ ਨਾਨਕ ਸਾਹਿਬ ਜੀ ਦਾ ਰੂਪ ਧਾਰ ਕੇ ਇਸ ਮਾਤ ਲੋਕ ਤੇ ਆ ਕੇ ਇਹ ਸਾਰੇ ਕੌਤਕ ਕੀਤੇ ਨੇ। ਹੁਣ ਇਹ ਸ਼ੰਕਾ ਸਾਡੇ ਵੀ ਜਿਹੜੇ ਭੋਲੇ ਭਾਲੇ ਲੋਕ ਨੇ, ਜਿਹੜੇ ਗੁਰਬਾਣੀ ਨੂੰ ਪੜ੍ਹਦੇ ਵਿਚਾਰਦੇ ਨਹੀਂ, ਉਹਨਾਂ ਦੇ ਮਨ ਵਿੱਚ ਐਸੀਆਂ ਜਦੋਂ ਕਹਾਣੀਆਂ ਸੁਣਾਈਆਂ ਜਾਂਦੀਆਂ ਤੇ ਉਹ ਲੋਕ ਸ਼ੰਕਾ ਧਾਰ ਬੈਠਦੇ ਨੇ ਕਿ ਸ਼ਾਇਦ ਗੁਰੂ ਨਾਨਕ ਸਾਹਿਬ ਜਨਕ ਰਾਜੇ ਦਾ ਅਵਤਾਰ ਨੇ ਜਾਂ ਕਿਸੇ ਦੇਵਤੇ ਦਾ, ਵਿਸ਼ਨੂੰ ਆਦਿ ਦਾ ਅਵਤਾਰ ਨੇ। ਹੁਣ ਗੁਰੂ ਅਰਜਨ ਸਾਹਿਬ ਜੀ ਇਸ ਗੱਲ ਦਾ ਜਿਹੜਾ ਉਹ ਹੱਲ ਕੱਢਣਗੇ, ਗੁਰੂ ਅਰਜਨ ਸਾਹਿਬ ਜੀ ਦੱਸਣਗੇ ਗੁਰੂ ਨਾਨਕ ਸਾਹਿਬ ਕੌਣ ਨੇ। ਪਰ ਅਜੇ ਉਹਨਾਂ ਦਾ ਸ਼ੰਕਾ ਜਿਹੜਾ ਉਹ ਚੱਲ ਰਿਹਾ। ਕਹਿੰਦੇ ਨੇ ਸਤਿਗੁਰੂ, ਇਤਿਆਦਿਕ ਬ ਕਹੈ ਬਨਾਏ ਨਿਰਨੈ ਬਾਤ ਨਹੀਂ ਹਮ ਪਾਏ। ਹੇ ਗੁਰੂ ਅਰਜਨ ਸਾਹਿਬ ਜੀ, ਬੜੇ ਲੋਕ ਨੇ ਜਦੋਂ ਸੱਥਾਂ ਵਿੱਚ ਬੈਠਦੇ ਨੇ, ਗੁਰੂ ਨਾਨਕ ਸਾਹਿਬ ਦੀ ਵਿਚਾਰ ਚੱਲਦੀ ਹੈ। ਕੋਈ ਆਖਦਾ ਗੁਰੂ ਨਾਨਕ ਸਾਹਿਬ ਜਨਕ ਦਾ ਅਵਤਾਰ ਹੈ, ਕੋਈ ਆਖਦਾ ਗੁਰੂ ਨਾਨਕ ਸਾਹਿਬ ਵਿਸ਼ਨੂੰ ਦਾ ਅਵਤਾਰ ਹੈ। ਕਈ ਤਰ੍ਹਾਂ ਦੀਆਂ ਲੋਕ ਗੱਲਾਂ ਬਣਾ ਬਣਾ ਕੇ ਦੱਸਦੇ ਨੇ। ਸਤਿਗੁਰੂ, ਸਾਨੂੰ ਇਸ ਗੱਲ ਦਾ ਨਿਰਣਾ ਨਹੀਂ, ਸਾਨੂੰ ਇਸ ਗੱਲ ਦੀ ਸਮਝ ਨਹੀਂ ਕਿ ਗੁਰੂ ਨਾਨਕ ਸਾਹਿਬ ਕੌਣ ਨੇ, ਕਿਸ ਦਾ ਅਵਤਾਰ ਨੇ ਗੁਰੂ ਨਾਨਕ ਸਾਹਿਬ। ਕਿਰਪਾ ਕਰੋ ਅਬ ਆਪ ਬਤਾਓ ਕਿ ਅਵਤਾਰ ਭੇਦ ਸਮਝਾਓ। ਤੇ ਹੇ ਗੁਰੂ ਅਰਜਨ ਸਾਹਿਬ, ਸਾਡੇ ਮਨ ਵਿੱਚ ਇਹ ਸ਼ੰਕਾ ਹੈ ਕਿ ਗੁਰੂ ਨਾਨਕ ਸਾਹਿਬ ਕਿਸੇ ਦੇਵਤੇ ਦਾ ਅਵਤਾਰ ਨੇ। ਕੌਣ ਨੇ ਗੁਰੂ ਨਾਨਕ ਸਾਹਿਬ? ਆਪ ਜੀ ਕਿਰਪਾ ਕਰੋ, ਸਾਨੂੰ ਗੁਰੂ ਨਾਨਕ ਸਾਹਿਬ ਜੀ ਬਾਰੇ ਦੱਸੋ ਕਿ ਗੁਰੂ ਨਾਨਕ ਸਾਹਿਬ ਕਿਸ ਦੇ ਅਵਤਾਰ ਨੇ। ਸਾਡਾ ਇਹ ਜਿਹੜਾ ਸ਼ੰਕਾ ਨਿਵਰਤ ਕਰ ਦਿਓ, ਸਾਨੂੰ ਇਹ ਭੇਦ ਸਮਝਾ ਦਿਓ। ਸੁਣ ਕਰ ਜਹ ਸਿਦਕ ਹਮਾਰੇ ਪਰੇ ਪੰਥ ਸੁਖ ਪ੍ਰਾਪਤ ਸਾਰੇ। ਤੇ ਹੇ ਗੁਰੂ ਅਰਜਨ ਸਾਹਿਬ, ਗੁਰੂ ਨਾਨਕ ਸਾਹਿਬ ਕੌਣ ਨੇ? ਸਾਡੇ ਮਨ ਨੂੰ ਉਹਨਾਂ ਦੀ ਅਸਲੀਅਤ ਸੁਣ ਕੇ ਮਨ ਵਿੱਚ ਵਿਸ਼ਵਾਸ ਪੈਦਾ ਹੋ ਜੇ, ਅਸੀਂ ਗੁਰੂ ਨਾਨਕ ਸਾਹਿਬ ਦੀ ਸਿੱਖੀ ਦੇ ਮਾਰਗ ਤੇ ਪੈ ਕੇ ਸੁਖ ਪ੍ਰਾਪਤ ਕਰ ਸਕੀਏ। ਸਾਡੇ ਮਨ ਦਾ ਇਹ ਸ਼ੰਕਾ ਮਿਟਾਓ। ਚਿਰੰਕਾਲ ਕੋ ਇਹ ਸੰਦੇਹੂ ਬਹੁਤ ਨਰਨ ਕੈ ਮਿਟੋ ਇਹੂ। ਹੇ ਗੁਰੂ ਅਰਜਨ ਸਾਹਿਬ ਜੀ, ਕਈ ਲੋਕਾਂ ਦੇ ਮਨ ਵਿੱਚ ਲੰਮੇ ਸਮੇਂ ਤੋਂ ਸ਼ੰਕਾ ਚੱਲ ਰਿਹਾ ਹੈ। ਲੋਕ ਦੰਦ ਕਥਾਵਾਂ ਸੁਣਦੇ ਨੇ, ਕਥਾ ਕਹਾਣੀਆਂ ਸੁਣਦੇ ਨੇ, ਜੋ ਜਿਸ ਦੀ ਮੱਤ ਹੈ ਆਪਣੀ ਮੱਤ ਅਨੁਸਾਰ ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰ ਕਰਦੇ ਨੇ। ਪਰ ਕਈਆਂ ਦੇ ਮਨ ਵਿੱਚ ਸ਼ੰਕਾ ਹੈ ਕਿ ਗੁਰੂ ਨਾਨਕ ਸਾਹਿਬ ਕਿਸ ਦਾ ਅਵਤਾਰ ਨੇ। ਆਪ ਜੀ ਕਿਰਪਾ ਕਰਕੇ ਇਹ ਲੋਕਾਂ ਦਾ ਸ਼ੰਕਾ ਦੂਰ ਕਰ ਦਿਓ, ਕਿਉਂਕਿ ਜੋ ਬਚਨ ਆਪ ਜੀ ਉਸ ਸਮੇਂ ਭਾਵ ਜਦੋਂ ਗੁਰੂ ਅਰਜਨ ਸਾਹਿਬ ਸਰੀਰ ਕਰਕੇ ਮੌਜੂਦ ਨੇ, ਜੋ ਬਚਨ ਗੁਰੂ ਅਰਜਨ ਸਾਹਿਬ ਉਸ ਵੇਲੇ ਕਹਿਣਗੇ ਉਹ ਸਾਰੀ ਮਨੁੱਖਤਾ ਦੇ ਵਾਸਤੇ ਜੁਗੋ ਜੁਗ ਅਟਲ ਉਪਦੇਸ਼ ਹੈ ਕਿ ਗੁਰੂ ਨਾਨਕ ਸਾਹਿਬ ਬਾਰੇ ਨਿਰਣਾ ਹੋ ਜਾਏਗਾ ਕਿ ਗੁਰੂ ਨਾਨਕ ਸਾਹਿਬ ਕੌਣ ਨੇ। ਸ਼੍ਰੀ ਅਰਜਨ ਸੁਣ ਗਿਰਾ ਬਖਾਨੀ ਸ਼੍ਰੀ ਸਤਿਗੁਰ ਨਾਨਕ ਗੁਣ ਖਾਨੀ। ਉਹਨਾਂ ਦੇ ਮਨ ਦਾ ਸ਼ੰਕਾ ਜਦੋਂ ਗੁਰੂ ਅਰਜਨ ਸਾਹਿਬ ਨੇ ਸੁਣਿਆ, ਪਾਵਨ ਮੁਖਾਰਬਿੰਦ ਤੋਂ ਗੁਰੂ ਅਰਜਨ ਸਾਹਿਬ ਜੀ ਨੇ ਬਚਨ ਆਖੇ, ਕਹਿਣ ਲੱਗੇ, ਭਾਈ ਧੰਨ ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਗੁਣਾ ਦੇ ਖਜ਼ਾਨੇ ਨੇ। ਨੇਤ ਨੇਤ ਜਿਸ ਕੋ ਕਹਿ ਬੇਦ ਸਭ ਥੱਕ ਰਹੇ ਨਾ ਪਾਇਓ ਭੇਦ। ਭਾਈ ਧੰਨ ਗੁਰੂ ਨਾਨਕ ਸਾਹਿਬ, ਵੇਦ ਵੀ ਗੁਰੂ ਨਾਨਕ ਸਾਹਿਬ ਨੂੰ ਬੇਅੰਤ ਬੇਅੰਤ ਆਖਦੇ ਨੇ ਤੇ ਗੁਰੂ ਨਾਨਕ ਸਾਹਿਬ ਜੀ ਦਾ ਕਿਸੇ ਨੇ ਵੀ ਅਜੇ ਤੱਕ ਭੇਦ ਨਹੀਂ ਪਾਇਆ। ਗੁਰੂ ਨਾਨਕ ਸਾਹਿਬ ਜੀ ਨੂੰ ਸਾਰੇ ਬੇਅੰਤ ਆਖਦੇ ਨੇ। ਗੁਰੂ ਨਾਨਕ ਸਾਹਿਬ ਬਾਰੇ ਕੋਈ ਜਾਣ ਨਹੀਂ ਸਕਦਾ ਕਿ ਉਹ ਕੌਣ ਨੇ। ਬ੍ਰਹਮਾ ਸ਼ਿਵ ਸੰਕਾਦਿਕ ਸਾਰੇ
ਬੁੱਧ ਕਰ ਫਲ ਕਰ ਖੋਜਤ ਹਾਰੇ। ਭਾਈ ਤੁਸੀਂ ਪੁੱਛਦੇ ਹੋ ਕਿ ਗੁਰੂ ਨਾਨਕ ਸਾਹਿਬ ਕਿਸ ਦਾ ਅਵਤਾਰ ਨੇ। ਗੁਰੂ ਅਰਜਨ ਸਾਹਿਬ ਕਹਿੰਦੇ ਕਿਸ ਦਾ ਅਵਤਾਰ ਨਹੀਂ ਗੁਰੂ ਨਾਨਕ ਸਾਹਿਬ, ਤੁਸੀਂ ਜਿਨ੍ਹਾਂ ਦੇਵਤਿਆਂ ਦੀ ਗੱਲ ਕਰਦੇ ਹੋ ਕਿ ਗੁਰੂ ਨਾਨਕ ਸਾਹਿਬ ਇਹਨਾਂ ਦੇਵਤਿਆਂ ਦਾ ਅਵਤਾਰ ਨੇ। ਸਤਿਗੁਰੂ ਜੀ ਕਹਿੰਦੇ ਉਹ ਦੇਵਤੇ ਬ੍ਰਹਮਾ ਸ਼ਿਵ ਜੀ, ਬ੍ਰਹਮਾ ਦੇ 4 ਪੁੱਤਰ ਸਨਕ ਸਨੰਦਨ ਸਨਾਤਨ ਸਨਤ ਕੁਮਾਰ ਆਦਿ, ਇਹ ਸਾਰੇ ਬੁੱਧੀ ਕਰਕੇ ਆਪਣਾ ਪੂਰਾ ਜ਼ੋਰ ਲਾ ਕੇ ਥੱਕ ਗਏ ਨੇ, ਇਹ ਗੁਰੂ ਨਾਨਕ ਸਾਹਿਬ ਦਾ ਭੇਦ ਨਹੀਂ ਜਾਣ ਸਕੇ। ਨਾਮ ਸਹੰਸਰ ਸ਼ੇਸ਼ ਨਿਤ ਕਹੈ, ਜਿਸ ਕੇ ਗੁਣ ਕੋ ਅੰਤ ਨ ਲਹੈ। ਭਾਈ ਹਜ਼ਾਰਾਂ ਜੀਬਾਂ ਵਾਲਾ ਸ਼ੇਸ਼ ਨਾਗ ਹਜ਼ਾਰਾਂ ਜੀਬਾਂ ਨਾਲ ਨਿਤ ਗੁਰੂ ਨਾਨਕ ਸਾਹਿਬ ਦੀ ਵਡਿਆਈ ਕਰਦਾ ਹੈ। ਗੁਰੂ ਨਾਨਕ ਸਾਹਿਬ ਦੇ ਗੁਣਾਂ ਦਾ ਉਹ ਵੀ ਅੰਤ ਨਹੀਂ ਪਾ ਸਕਿਆ। ਉਹ ਵੀ ਕਹਿੰਦਾ ਗੁਰੂ ਨਾਨਕ ਸਾਹਿਬ ਬੇਅੰਤ ਹੈ, ਗੁਰੂ ਨਾਨਕ ਸਾਹਿਬ ਤੇਰੇ ਭੇਦ ਨੂੰ ਕੋਈ ਨਹੀਂ ਜਾਣ ਸਕਦਾ। ਕਹਿਣ ਲੱਗੇ ਗੁਰੂ ਅਰਜਨ ਸਾਹਿਬ ਕਹਿੰਦੇ ਭਾਈ ਪਾਪਣ ਪਾਰ ਅਧੀਰਜ ਧਰਣੀ, ਬਹੁ ਗਿਣਤੀ ਬਿਨਤੀ ਕਰ ਕਰਨੀ। ਗੁਰੂ ਅਰਜਨ ਸਾਹਿਬ ਹੁਣ ਦੱਸਣਗੇ ਕਿ ਗੁਰੂ ਨਾਨਕ ਸਾਹਿਬ ਕੌਣ ਨੇ। ਸਤਿਗੁਰੂ ਜੀ ਕਹਿਣ ਲੱਗੇ ਭਾਈ ਜਦੋਂ ਪਾਪਾਂ ਦੇ ਨਾਲ ਧਰਤੀ ਵਿਆਕੁਲ ਹੋ ਗਈ, ਪਾਪਾਂ ਦੇ ਭਾਰ ਕਰਕੇ ਧਰਤੀ ਵਿਆਕੁਲ ਹੋਈ ਨਾ, ਭਾਈ ਗੁਰਦਾਸ ਜੀ ਕਹਿੰਦੇ ਨਾ ਤਿਸ ਭਾਰੇ ਪਰਬਤਾਂ ਆਕਾਸ਼ ਸੁਹੰਦੇ, ਨਾ ਤਿਸ ਭਾਰੇ ਜੀ ਜਾ ਜੰਤ ਅਗਣਤ ਫਿਰੰਦੇ, ਨਾ ਤਿਸ ਭਾਰੇ ਸਾਇਰਾਂ ਨਦ ਵਾਹ ਵਹੰਦੇ। ਧਰਤੀ ਨੂੰ ਦੁਨਿਆਵੀ ਚੀਜ਼ਾਂ ਦਾ ਭਾਰ ਨਹੀਂ, ਧਰਤੀ ਨੂੰ ਵੱਡੇ ਵੱਡੇ ਪਹਾੜਾਂ ਦਾ, ਵੱਡੇ ਵੱਡੇ ਦਰਖਤਾਂ ਦਾ, ਵੱਡੇ ਵੱਡੇ ਪਾਣੀ ਦੇ ਸਮੁੰਦਰਾਂ ਦਾ ਭਾਰ ਨਹੀਂ ਵਿਆਪਦਾ। ਭਾਈ ਗੁਰਦਾਸ ਜੀ ਕਹਿੰਦੇ ਭਾਰੇ ਭੂਈ ਅਕਿਰਤ ਘਣ, ਮੰਦੀ ਹੋ ਮੰਦੇ। ਜੇ ਧਰਤੀ ਨੂੰ ਕਿਸੇ ਚੀਜ਼ ਦਾ ਭਾਰ ਵਿਆਪਦਾ ਤੇ ਉਹ ਅਕਿਰਤ ਘਣਾ ਦਾ, ਜਿਹੜੇ ਲੋਕ ਪਾਰ ਬ੍ਰਹਮ ਪਰਮੇਸ਼ਰ ਕੋਲੋਂ ਦਾਤਾਂ ਲੈ ਕੇ ਮੁੱਕਰ ਜਾਂਦੇ ਨੇ ਤੇ ਅਕਾਲ ਪੁਰਖ ਦਾ ਸ਼ੁਕਰਾਨਾ ਨਹੀਂ ਕਰਦੇ, ਉਹ ਅਕਿਰਤ ਘਣ ਲੋਕ ਜਿਹੜੇ ਪਾਪਾਂ ਵਿੱਚ ਵਿਸ਼ੇ ਵਿਕਾਰਾਂ ਵਿੱਚ ਗਲਤਾਨ ਨੇ, ਉਹਨਾਂ ਦਾ ਭਾਰ ਧਰਤੀ ਨੂੰ ਵਿਆਪਦਾ ਹੈ। ਤੇ ਗੁਰੂ ਅਰਜਨ ਸਾਹਿਬ ਕਹਿੰਦੇ ਜਦੋਂ ਪਾਪਾਂ ਦੇ ਭਾਰ ਨਾਲ ਧਰਤੀ ਵਿਆਕੁਲ ਹੋਈ ਤੇ ਬੇਸ਼ੁਮਾਰ ਬੇਨਤੀਆਂ ਕੀਤੀਆਂ ਧਰਤੀ ਨੇ ਅਕਾਲ ਪੁਰਖ ਵਾਹਿਗੁਰੂ, ਜੋਗ ਜਗ ਤਪ ਸ਼ਕਤ ਨਾ ਰਹੀ, ਸ਼ੁਭ ਕਰਮਨ ਬਿਨ ਨਰਗਤ ਲਹੀ। ਹੇ ਅਕਾਲ ਪੁਰਖ ਪਰਿਪੂਰਨ ਪਰਮਾਤਮਾ, ਇਸ ਧਰਤੀ ਤੇ ਲੋਕ ਯੋਗ ਸਾਧਨਾ ਬੜੀ ਕਰ ਰਹੇ ਨੇ, ਯੱਗ ਬਹੁਤ ਕਰਾ ਰਹੇ ਨੇ, ਤਪ ਤਪਾਉਣ ਵਾਲੇ ਬਹੁਤ ਨੇ ਰਿਸ਼ੀ ਮੁਨੀ, ਪਰ ਹੇ ਅਕਾਲ ਪੁਰਖ ਪਰਮੇਸ਼ਰ ਜੀ ਇਹਨਾਂ ਯੋਗ ਯੱਗ ਤਪ ਕਰਨ ਵਾਲਿਆਂ ਦੀ ਸ਼ਕਤੀ ਕੰਮ ਨਹੀਂ ਜੇ ਕਰ ਰਹੀ। ਲੋਕ ਸ਼ੁਭ ਕਰਮਾਂ ਦਾ ਤਿਆਗ ਕਰ ਚੁੱਕੇ ਨੇ, ਸ੍ਰਿਸ਼ਟ ਸਭ ਇੱਕ ਵਰਨ ਹੋਈ, ਧਰਮ ਕੀ ਗਤ ਰਹੀ। ਸਾਰੇ ਲੋਕ ਵਿਸ਼ੇ ਵਿਕਾਰਾਂ ਵਿੱਚ ਪਾਪਾਂ ਵਿੱਚ ਗਲਤਾਨ ਹੋ ਗਏ ਨੇ। ਆਪ ਜੀ ਕਿਰਪਾ ਕਰੋ, ਮਨੁੱਖਾਂ ਦੀ ਹਾਲਤ ਬਹੁਤ ਬੁਰੀ ਹੋ ਚੁੱਕੀ ਹੈ ਔਰ ਇਹ ਜਿਹੜਾ ਮਨੁੱਖਾਂ ਦਾ ਸੁਭਾਅ ਬਣ ਚੁੱਕਿਆ ਨਾ, ਇਹ ਮੇਰੇ ਕੋਲੋਂ ਸਹਿਆ ਨਹੀਂ ਜਾਂਦਾ। ਇਹ ਅਕਿਰਤ ਘਣ ਲੋਕਾਂ ਦਾ ਭਾਰ ਬਹੁਤ ਹੋ ਗਿਆ ਹੈ। ਮੋਹ ਅਲੰਗ ਅਬ ਦੀਜੈ ਕੋਈ, ਜਿਸ ਤੇ ਤੇਰੋਂ ਧੀਰ ਔਰ ਹੋਈ। ਤੇ ਹੇ ਅਕਾਲ ਪੁਰਖ ਵਾਹਿਗੁਰੂ ਮੈਨੂੰ ਆਸਰਾ ਦਿਓ, ਜਿਸ ਨਾਲ ਮੈਂ ਅਡੋਲ ਹੋਵਾਂ, ਮੇਰੇ ਹਿਰਦੇ ਨੂੰ ਧੀਰਜ ਮਿਲੇ ਤੇ ਮੇਰਾ ਭਾਰ ਜਿਹੜਾ ਹੈ ਉਹ ਝੱਲਿਆ ਜਾ ਸਕੇ। ਆਪ ਜੀ ਕਿਰਪਾ ਕਰੋ, ਮੈਨੂੰ ਆਸਰਾ ਦਿਓ। ਕਹਿੰਦੇ ਪਾਰ ਬ੍ਰਹਮ ਅਚਰਜ ਜਿਸ ਚਰਤਾ, ਸਭ ਜਗ ਕਰਤਾ ਭਰਤਾ ਹਰਤਾ। ਭਾਈ ਸਾਹਿਬ ਜੀ ਕਹਿੰਦੇ ਗੁਰੂ ਅਰਜਨ ਸਾਹਿਬ ਜੀ ਦੇ ਬੋਲ ਅਸੀਂ ਕਹਿਣ ਲੱਗਿਆ, ਗੁਰ ਸਿੱਖੋ, ਜਦੋਂ ਪਾਰ ਬ੍ਰਹਮ ਪਰਮੇਸ਼ਰ ਨੇ ਧਰਤੀ ਦੀ ਪੁਕਾਰ ਸੁਣੀ, ਧਰਤੀ ਤੇ ਹੋ ਰਹੇ ਪਾਪਾਂ ਨੂੰ ਅਕਾਲ ਪੁਰਖ ਵਾਹਿਗੁਰੂ ਜੀ ਨੇ ਵੇਖਿਆ, ਉਹ ਸਾਰੇ ਸੰਸਾਰ ਦਾ ਰਚਨਹਾਰਾ ਪਾਲਣਹਾਰਾ ਸ੍ਰਿਸ਼ਟੀ ਦਾ ਨਾਸ਼ ਕਰਨਹਾਰਾ ਅਕਾਲ ਪੁਰਖ ਵਾਹਿਗੁਰੂ ਜਿਹੜਾ ਉਸ ਪਾਰ ਬ੍ਰਹਮ ਪਰਮੇਸ਼ਰ ਨੇ ਧਰਤੀ ਦੀ ਪੁਕਾਰ ਨੂੰ ਸੁਣਿਆ। ਧਰਿਓ ਆਣ ਸ਼੍ਰੀ ਨਾਨਕ ਰੂਪ, ਗੁਰ ਸਿੱਖੀ ਉਪਜਾਏ ਅਨੂਪ। ਤੁਸੀਂ ਪੁੱਛਦੇ ਹੋ ਗੁਰੂ ਨਾਨਕ ਸਾਹਿਬ ਕਿਸ ਦਾ ਅਵਤਾਰ ਨੇ। ਗੁਰੂ ਅਰਜਨ ਸਾਹਿਬ ਕਹਿੰਦੇ ਜਦੋਂ ਪਾਰ ਬ੍ਰਹਮ ਪਰਮੇਸ਼ਰ ਨੇ ਧਰਤੀ ਦੀ ਪੁਕਾਰ ਸੁਣੀ ਤੇ ਅਕਾਲ ਪੁਰਖ ਵਾਹਿਗੁਰੂ ਜੀ ਨੇ ਆਪ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਰੂਪ ਵਿੱਚ ਇਸ ਸੰਸਾਰ ਤੇ ਆ ਕੇ ਸਰੂਪ ਧਾਰਨ ਕੀਤਾ ਔਰ ਬੇਮਿਸਾਲ ਉਪਮਾ ਤੋਂ ਰਹਿਤ ਗੁਰਸਿੱਖੀ ਦੀ ਨੀਂਹ ਰੱਖੀ, ਗੁਰਸਿੱਖੀ ਦਾ ਮਾਰਗ ਚਲਾਇਆ, ਗੁਰਸਿੱਖੀ ਨੂੰ ਸੰਸਾਰ ਤੇ ਪ੍ਰਗਟ ਕੀਤਾ। ਹੁਣ ਇਸ ਗੱਲ ਨੂੰ ਜਦੋਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਰੋਸ਼ਨੀ ਵਿੱਚ ਵਿਚਾਰਾਂਗੇ ਕਿ ਸੱਚਮੁੱਚ ਗੁਰੂ ਨਾਨਕ ਸਾਹਿਬ ਪਾਰ ਬ੍ਰਹਮ ਪਰਮੇਸ਼ਰ ਦਾ ਰੂਪ ਨੇ, ਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਸਵਾਲ ਕਰੋਗੇ, ਸਤਿਗੁਰੂ ਬੋਲ ਕੇ ਆਖਣਗੇ ਹਾਂ ਗੁਰੂ ਨਾਨਕ ਦੇਵ ਗੋਬਿੰਦ ਰੂਪ,
ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਉਸ ਪਰਿਪੂਰਨ ਪਰਮਾਤਮਾ ਦਾ ਰੂਪ ਨੇ। ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਗੁਰੂ ਗ੍ਰੰਥ ਸਾਹਿਬ ਕਹਿਣਗੇ ਹਾਂ ਭਾਈ, ਅਕਾਲ ਪੁਰਖ ਉਸ ਨਾਰਾਇਣ ਨੇ ਆਪ ਗੁਰੂ ਨਾਨਕ ਸਾਹਿਬ ਜੀ ਦੇ ਰੂਪ ਵਿੱਚ ਸੰਸਾਰ ਤੇ ਆਉਣਾ ਕੀਤਾ ਹੈ। ਭੱਟ ਸਾਹਿਬਾਨ ਕਹਿੰਦੇ ਬਲਿਓ ਚਰਾਗ ਅੰਧਿਆਰ ਮਹਿ, ਸਭ ਕਲ ਉਤਰੀ ਇੱਕ ਨਾਮ ਧਰਮ, ਪ੍ਰਗਟ ਸਗਲ ਹਰ ਭਵਨ ਮੈਂ, ਜਨ ਨਾਨਕ ਗੁਰ ਪਾਰ ਬ੍ਰਹਮ। ਕਹਿੰਦੇ ਜਿਹੜਾ ਗੁਰੂ ਨਾਨਕ ਸਾਹਿਬ ਹੈ ਉਹ ਆਪ ਪਾਰ ਬ੍ਰਹਮ ਪਰਮੇਸ਼ਰ ਸਰੂਪ ਹੈ। ਗੁਰੂ ਨਾਨਕ ਸਾਹਿਬ ਜੀ ਵਿੱਚ ਤੇ ਪਰਮਾਤਮਾ ਵਿੱਚ ਕੋਈ ਭੇਦ ਨਹੀਂ। ਤੇ ਸਾਡੇ ਕਈ ਮੇਰੇ ਵਰਗੇ ਜਿਹੜੇ ਕਿਤਾਬੀ ਕੀੜੇ ਵਿਦਵਾਨ ਨੇ, ਉਹ ਅੱਜ ਜਦੋਂ ਕਥਾ ਕਰਦੇ ਕਈ ਇੱਕ ਐਸੇ ਵੀ ਜਿਹੜੇ ਹੀ ਕਹੀ ਜਾਣਗੇ ਗੁਰੂ ਵਿਅਕਤੀ, ਗੁਰੂ ਵਿਅਕਤੀ। ਵੇਖੋ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਨੂੰ ਪੁੱਛੋ ਕਿ ਗੁਰੂ ਵਿਅਕਤੀ ਹੈ, ਤੇ ਸਤਿਗੁਰੂ ਬੋਲ ਕੇ ਦੱਸੇਗਾ ਨਹੀਂ ਭਾਈ, ਗੁਰੂ ਵਿਅਕਤੀ ਨਹੀਂ, ਗੁਰੂ ਅਸਲ ਵਿੱਚ ਪਾਰ ਬ੍ਰਹਮ ਪਰਮੇਸ਼ਰ ਦਾ ਆਪਣਾ ਰੂਪ ਹੈ, ਜਿਹੜਾ ਮਨੁੱਖਤਾ ਤੇ ਪਰਉਪਕਾਰ ਕਰਨ ਵਾਸਤੇ ਆਪ ਗੁਰੂ ਸਾਹਿਬਾਨ ਦੇ 10 ਜਾਮਿਆਂ ਵਿੱਚ ਵਰਤ ਕੇ ਗਿਆ ਹੈ। ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਗੁਰੂ ਅਰਜਨ ਸਾਹਿਬ ਕਹਿੰਦੇ ਪਰਮੇਸ਼ਰ ਨੇ ਆਪ ਧਰਤੀ ਦੀ ਪੁਕਾਰ ਸੁਣੀ, ਸੁਣੀ ਪੁਕਾਰ ਦਾ ਤਾਰ ਪ੍ਰਭ, ਗੁਰ ਨਾਨਕ ਜਗ ਮਾਹੇ ਪਠਾਇਆ। ਅਕਾਲ ਪੁਰਖ ਨੇ ਧਰਤੀ ਦੀ ਪੁਕਾਰ ਸੁਣ ਕੇ ਆਪਣੇ ਆਪ ਨੂੰ ਗੁਰੂ ਨਾਨਕ ਸਾਹਿਬ ਦੇ ਰੂਪ ਵਿੱਚ ਧਰਤੀ ਤੇ ਪ੍ਰਗਟ ਕੀਤਾ, ਤੇ ਸਿੱਖੀ ਦਾ ਮਾਰਗ ਧਾਰਨ ਜਿਹੜਾ ਹੈ ਉਹ ਸਿੱਖੀ ਦਾ ਮਾਰਗ ਪ੍ਰਗਟ ਕੀਤਾ। ਤੇ ਗੁਰੂ ਅਰਜਨ ਸਾਹਿਬ ਕਹਿੰਦੇ ਸ਼ਕਤ ਬਹੀਨ ਹੇਰ ਨਰ ਸਾਰੇ, ਜੋਗ ਨ ਜਗ ਨ ਤਪ ਕੁਛ ਧਾਰੇ। ਤੇ ਜਦੋਂ ਗੁਰੂ ਨਾਨਕ ਸਾਹਿਬ ਦੇ ਰੂਪ ਵਿੱਚ ਪਰਮਾਤਮਾ ਆਪ ਧਰਤੀ ਤੇ ਆਇਆ, ਤੇ ਧਰਤੀ ਤੇ ਇਹ ਜਿਹੜੀ ਮਨੁੱਖਤਾ ਸੀ, ਇਸ ਮਨੁੱਖਤਾ ਵੱਲ ਸਤਿਗੁਰੂ ਜੀ ਨੇ ਝਾਤ ਪਾਈ। ਭਾਈ ਗੁਰਦਾਸ ਜੀ ਲਿਖਦੇ ਪਹਿਲਾਂ ਬਾਬੇ ਪਾਇਆ ਬਖਸ਼ਦਰ, ਪਿੱਛੋਂ ਦੇ ਫਿਰ ਘਾੜ ਕਮਾਈ, ਰੇਤ ਅੱਗ ਆਹਾਰ ਕਰ, ਰੋੜਾਂ ਦੀ ਗੁਰ ਕਰੀ ਵਿਛਾਈ, ਭਾਰੀ ਕਰੀ ਤਪੱਸਿਆ, ਵੱਡੇ ਭਾਗ ਹਰ ਸਿਉ ਬਣਾਈ, ਬਾਬਾ ਪੈਦਾ ਸੱਚ ਖੰਡ, ਨੌ ਨਿਤ ਨਾਮ ਗਰੀਬੀ ਪਾਈ, ਬਾਬਾ ਦੇਖੇ ਧਿਆਨ ਧਰ, ਜਲਦੀ ਸਭ ਪ੍ਰਿਥਵੀ ਦਿਸ ਆਈ, ਬਾਝੋਂ ਗੁਰੂ ਗੁਬਾਰ ਹੈ ਕਰਦੀ ਸੁਣੀ ਲੁਕਾਈ, ਬਾਬੇ ਭੇਖ ਬਣਾਇਆ ਉਦਾਸੀ ਦੀ ਰੀਤ ਚਲਾਈ, ਚੜਿਆ ਸੋਧਣ ਧਰਤ ਲੁਕਾਈ। ਜਦੋਂ ਗੁਰੂ ਨਾਨਕ ਸਾਹਿਬ ਨੇ ਵੇਖਿਆ ਕਿ ਇਸ ਧਰਤੀ ਤੇ ਜਿਹੜੇ ਮਨੁੱਖ ਨੇ ਸ਼ਕਤੀ ਵਿਹੂਣ ਹੋ ਚੁੱਕੇ ਨੇ, ਭਾਵ ਇਹਨਾਂ ਦੇ ਅੰਦਰ ਆਤਮਿਕ ਬਲ ਕੋਈ ਨਹੀਂ ਰਿਹਾ, ਯੋਗ ਕਰਦੇ ਨੇ ਕੇਵਲ ਰਿੱਧੀਆਂ ਸਿੱਧੀਆਂ ਵਾਸਤੇ, ਆਪਣੀ ਪੂਜਾ ਕਰਵਾਉਣ ਵਾਸਤੇ, ਯੱਗ ਕਰਦੇ ਨੇ ਆਪਣੀ ਸ਼ੋਭਾ ਕਰਾਉਣ ਵਾਸਤੇ, ਤਪ ਕਰਦੇ ਨੇ ਆਪਣੀ ਹਉਮੈ ਨੂੰ ਜਿਹੜਾ ਪੱਠੇ ਪਾਉਣ ਵਾਸਤੇ, ਆਪਣੀ ਹਉਮੈ ਵਧਾਉਣ ਵਾਸਤੇ। ਕੁਝ ਵੀ ਅਸਲ ਵਿੱਚ ਇਹਨਾਂ ਨੇ ਮਨ ਕਰਕੇ ਧਾਰਨ ਨਹੀਂ ਕੀਤਾ। ਇਹ ਸਾਰੇ ਕਰਮਾਂ ਕਾਂਡਾਂ ਵਿੱਚ, ਵਹਿਮਾਂ ਭਰਮਾਂ ਪਖੰਡਾਂ ਵਿੱਚ ਰੁੱਝੇ ਹੋਏ ਨੇ। ਇਹ ਜਿਹੜੇ ਮਨੁੱਖ ਨੇ ਜਾਂ ਜਿਨ੍ਹਾਂ ਨੇ ਧਰਮ ਦਾ ਪਹਿਰਾਵਾ ਪਾਇਆ ਹੋਇਆ ਹੈ, ਅਸਲ ਵਿੱਚ ਇਹ ਵੀ ਅੰਦਰੋਂ ਖਾਲੀ ਨੇ। ਕਾਦੀ ਕੂੜ ਬੋੜ ਮਲ ਖਾਏ, ਬ੍ਰਾਹਮਣ ਨਾਵੇ ਜੀਆਂ ਘਾਏ, ਜੋਗੀ ਜੁਗਤ ਨਾ ਜਾਣੇ ਅੰਧ, ਤੀਨੇ ਉਜਾੜੇ ਕਾ ਬੰਦ। ਅਸਲ ਵਿੱਚ ਇਹਨਾਂ ਨੇ ਧਰਤੀ ਨੂੰ ਉਜਾੜ ਕੇ ਰੱਖ ਦਿੱਤਾ ਹੈ। ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਸਤਿਗੁਰੂ ਜੀ ਨੇ ਰਹਿਮਤ ਕੀਤੀ, ਮਨੁੱਖਤਾ ਦੇ ਭਲੇ ਵਾਸਤੇ 4 ਉਦਾਸੀਆਂ ਕੀਤੀਆਂ, ਘਰ ਘਰ ਜਾ ਕੇ ਪਰਮੇਸ਼ਰ ਦੇ ਨਾਮ ਨਾਲ ਜੋੜਿਆ। ਔਰ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਜਾਂ ਤੇ ਗੁਰਸਿੱਖੀ ਕੀ ਰੀਤ, ਜਗ ਬਿਸਤਰੀ ਵਦਤ ਵੱਡ ਨੀਤ। ਇਸ ਤਰ੍ਹਾਂ ਗੁਰਸਿੱਖੀ ਦੀ ਮਰਿਆਦਾ ਗੁਰੂ ਨਾਨਕ ਸਾਹਿਬ ਜੀ ਨੇ ਜਿਹੜੀ ਆਰੰਭ ਕੀਤੀ, ਹਰ ਘਰ ਦੇ ਵਿੱਚ ਗੁਰਸਿੱਖੀ ਦਾ ਪਹਿਰਾ ਲੱਗ ਗਿਆ। ਘਰ ਘਰ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਸਿੱਖ ਪੈਦਾ ਹੋ ਗਏ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਸਤਿਨਾਮ ਦਾ ਉਪਦੇਸ਼ ਦਿੱਤਾ। ਔਰ ਭਾਈ ਗੁਰਦਾਸ ਜੀ ਕਹਿੰਦੇ ਘਰ ਘਰ ਅੰਦਰ ਧਰਮਸ਼ਾਲ ਹੋਵੇ ਕੀਰਤਨ ਸਦਾ ਵਿਸੋਆ। ਗੁਰੂ ਨਾਨਕ ਸਾਹਿਬ ਜੀ ਦੀ ਚਲਾਈ ਗੁਰਸਿੱਖੀ ਦੀ ਰੀਤ ਜਿਹੜੀ ਸੀ, ਇਹ ਵੱਧਦੀ ਗਈ, ਫੈਲਦੀ ਗਈ, ਦੇਸ਼ਾਂ ਵਿਦੇਸ਼ਾਂ ਤੱਕ ਸਿੱਖੀ ਦਾ ਬੋਲਬਾਲਾ ਹੋ ਗਿਆ। ਸਤਨਾਮ ਕੋ ਜਾਪ ਬਤਾਇਓ, ਦਾਨ ਇਸ਼ਨਾਨ ਭਾਵੋ ਚਿੱਤ ਲਾਇਓ। ਤੇ ਗੁਰੂ ਨਾਨਕ ਸਾਹਿਬ ਨੇ ਮਨੁੱਖਤਾ ਨੂੰ ਸਤਨਾਮ ਦਾ ਸਿਮਰਨ ਕਰਨਾ ਦੱਸਿਆ। ਲੋਕਾਂ ਦੇ ਮਨ ਵਿੱਚ ਦਾਨ ਕਰਨਾ, ਇਸ਼ਨਾਨ ਕਰਨਾ, ਪ੍ਰੇਮ ਕਰਨਾ ਜਿਹੜਾ ਹੈ ਉਹ ਪੈਦਾ ਕੀਤਾ ਹੈ। ਲੋਕਾਂ ਦੇ ਮਨ ਵਿੱਚ ਦਾਨ ਕਰਨ ਤੋਂ ਭਾਵ ਲੋੜਵੰਦ ਦੀ ਸੇਵਾ ਕਰਨੀ, ਭੁੱਖੇ ਨੂੰ ਭੋਜਨ ਤੇ ਨੰਗੇ ਨੂੰ ਵਸਤਰ ਦੇਣ ਦੀ ਬਿਰਤੀ ਬਣਾਉਣੀ। ਇਸ਼ਨਾਨ ਕਰਨ ਤੋਂ ਭਾਵ ਕਿ ਆਪਣੇ ਅੰਦਰ ਨੂੰ, ਮਨ ਨੂੰ ਨਿਰਮਲ ਕਰਨ ਦਾ ਔਰ ਮਨੁੱਖਤਾ ਨਾਲ ਪ੍ਰੇਮ ਕਰਨ ਦਾ ਸਤਿਗੁਰੂ ਜੀ ਨੇ ਜਿਹੜਾ ਉਹ ਢੰਗ ਦੱਸਿਆ। ਔਰ ਚਾਰੋਂ ਵੇਦਨ ਕੋ ਤਤਲੀਨ,
ਦੇਸ਼ਣ ਭਾਖਾ ਮਹਿ ਕਹਿ ਦੀਨ। ਤੇ ਇਸ ਧਰਤੀ ਤੇ 4 ਵੇਦਾਂ ਦਾ ਬੜਾ ਬੋਲਬਾਲਾ ਸੀ। ਰਿਗ ਵੇਦ, ਯਜੁਰਵਦ ਵੇਦ, ਅਥਰਵਣ ਵੇਦ, ਸ਼ਿਆਮ ਵੇਦ, 4 ਵੇਦਾਂ ਦੀ ਜਿਹੜੀ ਗੱਲ ਕਹੀ ਜਾਂਦੀ ਸੀ। ਇਹਨਾਂ ਵੇਦਾਂ ਦੇ ਉਪਦੇਸ਼ ਦੇ ਕੇ ਲੋਕਾਂ ਨੂੰ ਕਰਮਾਂ ਕਾਂਡਾਂ ਵਹਿਮਾਂ ਭਰਮਾਂ ਵਿੱਚ ਫਸਾਇਆ ਹੋਇਆ ਸੀ। ਗੁਰੂ ਨਾਨਕ ਸਾਹਿਬ ਨੇ ਲੋਕਾਂ ਨੂੰ ਵਹਿਮਾਂ ਭਰਮਾਂ ਕਰਮਾਂ ਕਾਂਡਾਂ ਚੋਂ ਕੱਢ ਕੇ ਤਤ ਨਾਲ ਜੋੜਿਆ। ਦੇਸ਼ਣ ਭਾਖਾ ਮੈਂ ਕਰ ਦੀਨ ਕਹਿ ਦੀਨ। ਜਿਸ ਇਲਾਕੇ ਵਿੱਚ ਜਾਂ ਜਿਸ ਦੇਸ਼ ਵਿੱਚ ਗੁਰੂ ਨਾਨਕ ਸਾਹਿਬ ਗਏ, ਉਸ ਦੇਸ਼ ਵਿੱਚ ਜਾ ਕੇ ਉਹਨਾਂ ਲੋਕਾਂ ਨੂੰ ਉਹਨਾਂ ਦੀ ਬੋਲੀ ਵਿੱਚ ਗੁਰਮਤਿ ਦਾ ਉਪਦੇਸ਼ ਦਿੱਤਾ ਤੇ ਪਰਮੇਸ਼ਰ ਦੇ ਨਾਮ ਨਾਲ ਜੋੜਿਆ। ਸੰਸਕ੍ਰਿਤ ਮੈਂ ਦੁਰਲਭ ਜੋਏ, ਲਾਖੋਂ ਮੈਂ ਪ੍ਰਾਪਤ ਹੋਏ ਕੋਏ। ਜਿਹੜੀ ਸੰਸਕ੍ਰਿਤੀ ਭਾਸ਼ਾ ਸੀ, 4 ਵੇਦ ਜਿਹੜੇ ਨੇ ਸੰਸਕ੍ਰਿਤ ਭਾਸ਼ਾ ਵਿੱਚ ਲਿਖੇ ਗਏ। ਸਨਾਤਨ ਹਿੰਦੂ ਧਰਮ ਦੇ ਜਿੰਨੇ ਵੀ ਵੇਦ ਗ੍ਰੰਥ ਨੇ ਸਾਰੇ ਸੰਸਕ੍ਰਿਤੀ ਭਾਸ਼ਾ ਵਿੱਚ ਨੇ। ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਵੇਖਿਆ ਕਿ ਇਹ ਜਿਹੜੀ ਵੇਦ ਭਾਸ਼ਾ ਹੈ, ਸੰਸਕ੍ਰਿਤੀ ਭਾਸ਼ਾ ਹੈ, ਇਹ ਤੇ ਲੱਖਾਂ ਲੋਕਾਂ ਵਿੱਚੋਂ ਕਿਸੇ ਵਿਰਲੇ ਨੂੰ ਇਹਨਾਂ ਦਾ ਉਪਦੇਸ਼ ਸਮਝ ਆਉਂਦਾ ਹੈ। ਉਹ ਵੀ ਉਸ ਨੂੰ ਜਿਹਨੇ ਸੰਸਕ੍ਰਿਤ ਵਿਦਿਆ ਸਿੱਖੀ ਹੋਈ ਹੈ, ਜਿਹੜਾ ਉਹਨੂੰ ਸਮਝਦਾ ਹੈ, ਉਹ ਵੇਦਾਂ ਦੇ ਗਿਆਨ ਨੂੰ ਪ੍ਰਾਪਤ ਕਰ ਸਕਦਾ ਹੈ। ਇਸ ਤਰ੍ਹਾਂ ਤੇ ਮਨੁੱਖਾਂ ਦਾ ਭਲਾ ਨਹੀਂ ਹੋ ਸਕੇਗਾ। ਤਾਂ ਗੁਰੂ ਨਾਨਕ ਸਾਹਿਬ ਜੀ ਨੇ ਰਹਿਮਤ ਕੀਤੀ। ਸੋ ਤਤ ਗੁਰ ਸਿੱਖਣ ਮੈਂ ਐਸੇ, ਧਰਿਓ ਬਦਰ ਕਿਨ ਕਰ ਪਰ ਜੈਸੇ। ਸਤਿਗੁਰੂ ਜੀ ਨੇ ਗੁਰਮਤਿ ਦਾ ਤਤ ਸਾਰ ਜਿਹੜਾ ਸੀ, ਤਤ ਗਿਆਨ ਪਰਮੇਸ਼ਰ ਨਾਲ ਜੁੜਨ ਦਾ ਢੰਗ ਜਿਹੜਾ ਸੀ, ਉਹ ਗੁਰਸਿੱਖਾਂ ਦੇ ਵਿੱਚ ਇਸ ਤਰ੍ਹਾਂ ਰੱਖ ਦਿੱਤਾ ਜਿਵੇਂ ਕਿਸੇ ਨੇ ਹੱਥ ਉੱਤੇ ਬੇਰ ਦਾ ਫਲ ਰੱਖਿਆ ਹੋਵੇ। ਭਾਵ ਗੁਰੂ ਨਾਨਕ ਸਾਹਿਬ ਜੀ ਨੇ ਸਹਿਜੇ ਹੀ ਲੋਕਾਂ ਨੂੰ ਪਰਮੇਸ਼ਰ ਦੇ ਨਾਮ ਨਾਲ, ਪਰਮਾਤਮਾ ਨਾਲ ਜੁੜਨ ਦਾ ਜਿਹੜਾ ਸੀ ਗਿਆਨ ਬਖਸ਼ਿਸ਼ ਕੀਤਾ। ਸਿਮਰਤ ਨਾਮ ਭਗਤ ਕੋ ਕਰਤੇ, ਸਨੈ ਸਨੈ ਬ੍ਰਹਮ ਰੂਪ ਵਿਚਰਤੇ। ਤੇ ਜਿਹੜੇ ਲੋਕ ਵਿਸ਼ੇ ਵਿਕਾਰਾਂ, ਕਰਮਾਂ ਕਾਂਡਾਂ ਵਿੱਚ, ਗਲਤ ਕੰਮਾਂ ਵਿੱਚ ਫਸੇ ਹੋਏ ਸੱਜਣ ਵਰਗੇ, ਜਿਹੜੇ ਠੱਗੀਆਂ ਮਾਰ ਮਾਰ ਕੇ ਲੋਕਾਂ ਨੂੰ ਲੁੱਟਦੇ ਸੀ, ਭੂਮੀਏ ਵਰਗੇ ਜਿਹੜੇ ਚੋਰੀਆਂ ਕਰਦੇ, ਡਾਕੇ ਮਾਰਦੇ, ਰਾਹ ਜਾਂਦਿਆਂ ਨੂੰ ਕਤਲ ਕਰਕੇ ਸੁੱਟ ਦਿੰਦੇ ਸੀ, ਕੌਡੇ ਰਾਖਸ਼ ਵਰਗੇ ਲੋਕ ਜਿਹੜੇ ਆਦਮਖੋਰ ਬੰਦੇ ਬਣ ਚੁੱਕੇ ਸੀ, ਮਨੁੱਖਾਂ ਨੂੰ ਮਾਰ ਮਾਰ ਖਾਈ ਜਾਂਦੇ ਸੀ, ਨੂਰ ਸ਼ਾਹ ਜਾਦੂਗਰਨੀ ਵਰਗੇ ਜਿਹੜੇ ਜਾਦੂ ਨਾਲ ਲੋਕਾਂ ਨੂੰ ਵਸ ਵਿੱਚ ਕਰਕੇ ਤੇ ਆਪਣੇ ਮਨ ਭਾਉਂਦੇ ਕਾਰਜ ਕਰਾਉਣ ਲੱਗ ਗਈ, ਜਾਦੂ ਟੂਣਿਆਂ ਵਿੱਚ ਰੁੱਝੀ ਹੋਈ ਸੀ। ਇਹਨਾਂ ਸਾਰਿਆਂ ਨੂੰ ਗੁਰੂ ਨਾਨਕ ਸਾਹਿਬ ਨੇ ਪਰਮੇਸ਼ਰ ਦੇ ਨਾਮ ਦੀ ਦਾਤ ਦਿੱਤੀ, ਭਗਤੀ ਦੇ ਮਾਰਗ ਤੇ ਤੋਰਿਆ ਔਰ ਸਹਿਜੇ ਸਹਿਜੇ ਇਹ ਬ੍ਰਹਮ ਦਾ ਰੂਪ ਹੋ ਗਏ, ਪਰਮਾਤਮਾ ਵਿੱਚ ਅਭੇਦ ਹੋ ਗਏ ਸਾਰੇ। ਜੇ ਵੇਦਾਂ ਦੇ ਗਿਆਨ ਨਾਲ ਇਹਨਾਂ ਦਾ ਜੀਵਨ ਬਦਲਣਾ ਹੁੰਦਾ ਤੇ ਸਾਰੀ ਜ਼ਿੰਦਗੀ ਇਹਨਾਂ ਨੇ ਕਰਮਾਂ ਕਾਂਡਾਂ, ਵਹਿਮਾਂ ਭਰਮਾਂ ਤੇ ਭੈੜੇ ਕੰਮਾਂ ਵਿੱਚ ਬਤੀਤ ਕਰ ਦਿੱਤੀ ਸੀ। ਗੁਰੂ ਨਾਨਕ ਸਾਹਿਬ ਨੇ ਰਹਿਮਤ ਕਰਕੇ ਪਰਮੇਸ਼ਰ ਦੇ ਨਾਮ ਨਾਲ ਜੋੜਿਆ, ਬ੍ਰਹਮ ਰੂਪ ਹੋ ਕੇ ਇਹਨਾਂ ਨੇ ਆਪਣਾ ਜੀਵਨ ਸਫਲ ਕੀਤਾ। ਔਰ ਮੈਂ ਵਿਦ ਸੁ ਤਤ ਹੋਏ ਆਵਤ, ਜਿਸ ਕੇ ਲਿਖੇ ਨ ਪੁਨ ਦੁਖ ਪਾਵਤ। ਤੇ ਗੁਰੂ ਅਰਜਨ ਸਾਹਿਬ ਕਹਿੰਦੇ ਜਦੋਂ ਗੁਰੂ ਨਾਨਕ ਸਾਹਿਬ ਜੀ ਦੇ ਬਖਸ਼ੇ ਹੋਏ ਨਾਮ ਨੂੰ ਕੋਈ ਜਪਦਾ ਸੀ, ਉਹਦੇ ਹਿਰਦੇ ਵਿੱਚ ਤਤ ਗਿਆਨ ਪ੍ਰਗਟ ਹੋ ਜਾਂਦਾ ਸੀ, ਬ੍ਰਹਮ ਦੀ ਸੋਝੀ ਹੋ ਜਾਂਦੀ ਸੀ। ਜਿਸ ਬ੍ਰਹਮ ਨੂੰ ਜਾਣਨ ਤੋਂ ਬਾਅਦ, ਅਕਾਲ ਪੁਰਖ ਨੂੰ ਜਾਣਨ ਤੋਂ ਬਾਅਦ ਸਾਰੇ ਦੁੱਖ ਮਿਟ ਜਾਂਦੇ ਸੀ। ਕੋਈ ਕਿਸੇ ਤਰ੍ਹਾਂ ਦਾ ਜਿਹੜਾ ਦੁੱਖ ਨਹੀਂ ਸੀ ਰਹਿੰਦਾ। ਬੇਦ ਸਾਰ ਕੀ ਭਾਖਾ ਕੀਨ, ਗੁਰੂ ਕਿਰਪਾਲ ਕਿਰਪਾ ਰਸ ਭੀਨ। ਇਹ ਭਾਈ ਪ੍ਰੇਮ ਵਿੱਚ ਭਿੱਜੇ ਹੋਏ ਮਿਹਰਬਾਨ ਕਿਰਪਾਲੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਿਹੜੀ ਵੇਦਾਂ ਦੀ ਭਾਸ਼ਾ ਸੀ ਜਾਂ ਵੇਦਾਂ ਦਾ ਜਿਹੜਾ ਗਿਆਨ ਸੀ, ਉਸ ਗਿਆਨ ਨੂੰ ਪਾਸੇ ਕਰਕੇ ਜਿਹੜੀ ਦੇਸ਼ ਭਾਸ਼ਾ ਸੀ, ਭਾਵ ਜਿਹੜੀ ਜਿਸ ਇਲਾਕੇ ਦੀ ਭਾਸ਼ਾ ਸੀ, ਉਸ ਇਲਾਕੇ ਦੀ ਭਾਸ਼ਾ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਗੁਰਬਾਣੀ ਉਚਾਰਨ ਕਰ ਦਿੱਤੀ ਤੇ ਮਨੁੱਖਤਾ ਦਾ ਭਲਾ ਕੀਤਾ। ਜੇ ਗੁਰੂ ਨਾਨਕ ਸਾਹਿਬ ਜੀ ਅਰਬ ਦੇਸ਼ਾਂ ਵਿੱਚ ਗਏ ਨੇ ਤੇ ਉੱਧਰ ਦੀ ਭਾਸ਼ਾ ਵਿੱਚ ਬਾਣੀ ਉਚਾਰਨ ਕੀਤੀ ਹੈ। ਜੇ ਸਤਿਗੁਰੂ ਹਿੰਦੂਆਂ ਵੱਲ ਗਏ ਨੇ, ਜਿਹੜੇ ਹਰਿਦੁਆਰ ਆਦਿ ਇਹਨਾਂ ਸਥਾਨਾਂ 'ਤੇ ਗਏ ਨੇ ਤੇ ਸਤਿਗੁਰੂ ਜੀ ਨੇ ਇਹਨਾਂ ਦੀ ਭਾਸ਼ਾ ਵਿੱਚ ਬਾਣੀ ਉਚਾਰਨ ਕੀਤੀ। ਤੇ ਜੇ ਇਸ ਇਲਾਕੇ ਵਿੱਚ ਜਿੱਥੇ ਲੋਕ ਪੰਜਾਬੀ ਭਾਸ਼ਾ ਸਮਝਦੇ ਸੀ, ਸਤਿਗੁਰੂ ਜੀ ਨੇ ਇਹਨਾਂ ਦੀ ਭਾਸ਼ਾ ਵਿੱਚ ਬਾਣੀ ਉਚਾਰਨ ਕਰਕੇ ਉਪਦੇਸ਼ ਦਿੱਤੇ। ਸੋ ਜਿਸ ਇਲਾਕੇ ਵਿੱਚ ਗੁਰੂ ਨਾਨਕ ਸਾਹਿਬ ਗਏ, ਉਸ ਇਲਾਕੇ ਦੀ ਭਾਸ਼ਾ ਵਿੱਚ ਗੁਰਬਾਣੀ ਸਤਿਗੁਰੂ ਜੀ ਨੇ ਉਚਾਰਨ ਕਰ ਦਿੱਤੀ। ਤੇ ਗੁਰੂ ਅਰਜਨ ਸਾਹਿਬ ਕਹਿੰਦੇ ਤੁਮ ਵੀ ਕਰੋ ਵਿਚਾਰਨ ਬਾਣੀ, ਹਿਰਦਾ ਟਿਕਾਵੋ ਦੁਬਿਧਾ ਖਾਨੀ। ਇਹ 4 ਗੁਰਸਿੱਖ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਸ਼ਰਨ ਵਿੱਚ ਆਏ ਨੇ, ਜਿਨ੍ਹਾਂ ਦਾ ਨਾਮ ਹੈ ਭਾਈ ਨਿਹਾਲੂ, ਤੁਲਸੀਆ, ਬੂਲਾ ਤੇ ਚੰਡੀਆ। ਗੁਰੂ ਅਰਜਨ ਸਾਹਿਬ ਇਹਨਾਂ ਨੂੰ ਉਪਦੇਸ਼ ਦੇ ਕੇ ਕਹਿਣ ਲੱਗੇ, ਭਾਈ
ਜੇ ਤੁਸੀਂ ਵੀ ਗੁਰੂ ਨਾਨਕ ਸਾਹਿਬ ਜੀ ਦੀ ਗੁਰਬਾਣੀ ਦੀ ਵਿਚਾਰ ਕਰੋਗੇ ਤੇ ਬਾਣੀ ਦੇ ਅਰਥ ਭਾਵ ਜਿਹੜੇ ਨੇ ਉਹਨਾਂ ਨੂੰ ਹਿਰਦਾ ਟਿਕਾਵੋ ਦੁਬਿਧਾ ਹਾਨੀ। ਗੁਰੂ ਬਾਣੀ ਦੇ ਅਰਥ ਭਾਵ ਜਿਹੜੇ ਨੇ ਉਹਨਾਂ ਨੂੰ ਆਪਣੇ ਹਿਰਦੇ ਵਿੱਚ ਵਸਾ ਲਓਗੇ, ਤੁਹਾਡੇ ਅੰਦਰ ਦੀ ਦੁਬਿਧਾ ਨਾਸ਼ ਹੋ ਜਾਏਗੀ। ਸਿਦਕ ਧਰੋ ਸਿੱਖੀ ਨਿਰਭਾਹੋ, ਨੈ ਦੁਖ ਤੇ ਜਮ ਕੇ ਸੰਗ ਜਾਹੋ। ਤੇ ਗੁਰੂ ਅਰਜਨ ਸਾਹਿਬ ਕਹਿੰਦੇ ਇਸ ਤਰ੍ਹਾਂ ਭਾਈ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਨੂੰ ਪੜ੍ਹੋ, ਵਿਚਾਰੋ, ਗੁਰਬਾਣੀ ਨੂੰ ਆਪਣੇ ਹਿਰਦੇ ਵਿੱਚ ਵਸਾ ਕੇ ਜੀਵਨ ਵਿੱਚ ਢਾਲ ਲਓ ਤੇ ਸਿਦਕ ਰੱਖ ਕੇ ਗੁਰੂ ਦੀ ਸਿੱਖੀ ਕਮਾਓ। ਤੁਹਾਡੇ ਹਰ ਤਰ੍ਹਾਂ ਦੇ ਦੁੱਖ ਨਾਸ਼ ਹੋਣਗੇ, ਜਮਾਂ ਦੀ ਮਾਰ ਨਹੀਂ ਸਹਿਣੀ ਪਏਗੀ। ਤੁਸੀਂ ਇਸ ਸੰਸਾਰ ਤੋਂ ਆਪਣਾ ਮਨੁੱਖਾ ਜੀਵਨ ਸਫਲ ਕਰਕੇ ਜਾਓਗੇ। ਸ਼੍ਰੀ ਅਰਜਨ ਤੇ ਸੁਣ ਹੁੜ ਸਾਏ, ਭਏ ਸਿੱਖ ਸੰਦੇਹ ਮਿਟਾਏ। ਧੰਨ ਗੁਰੂ ਅਰਜਨ ਸਾਹਿਬ ਜੀ ਦੇ ਪਾਵਨ ਮੁਖਾਰਬਿੰਦ ਤੋਂ ਉਪਦੇਸ਼ ਸੁਣ ਕੇ ਇਹ ਚਾਰੇ ਗੁਰਸਿੱਖ ਬੜੇ ਖੁਸ਼ ਹੋਏ। ਮਨ ਦਾ ਸ਼ੰਕਾ ਦੂਰ ਹੋ ਗਿਆ, ਸਮਝ ਆ ਗਈ ਕਿ ਗੁਰੂ ਨਾਨਕ ਕਿਸੇ ਪਾਰ ਬ੍ਰਹਮ ਪਰਮੇਸ਼ਰ ਦਾ ਰੂਪ ਨੇ। ਗੁਰੂ ਨਾਨਕ ਸਾਹਿਬ ਵਿੱਚ ਤੇ ਪਰਮਾਤਮਾ ਵਿੱਚ ਕੋਈ ਭੇਦ ਨਹੀਂ। ਗੁਰੂ ਦੇ ਚਰਨਾਂ